에ਅਰ ਬੈਗ ਉਦੋਂ ਖੁੱਲਦੇ ਆ ਜਦੋਂ ਸਾਡੇ ਸੀਟ ਬੈਲਟ ਲੱਗੀ ਹੁੰਦੀ ਹੈ। ਸੀਟ ਬੈਲਟ ਤੋਂ ਬਿਨਾ 에ਅਰ ਬੈਗ ਨਹੀਂ ਖੁੱਲਦੇ, ਇਹ ਕੰਪਨੀ ਵੀ ਕਹਿੰਦੀ ਆ। ਹੁਣ ਦੇਖੋ ਕਿੰਨੇ ਕੁ % ਬੰਦਿਆਂ ਦੀ ਸੀਟ ਬੈਲਟ ਲੱਗੀ ਹੋਊਗੀ। ਜਦੋਂ ਜਿੰਨਾ ਤੱਕ ਸਾਡੇ ਸੀਟ ਬੈਲਟ ਨਹੀਂ ਲੱਗੀ ਹੋਊਗੀ, ਕੰਪਨੀ ਆਪ ਖੁਦ ਕਹਿੰਦੀ ਆ ਕਿ ਉਹਨਾਂ ਤੱਕ 에ਅਰ ਬੈਗ ਨਹੀਂ ਖੁੱਲਣਗੇ। ਸੈਕਿੰਡ ਨੰਬਰ 'ਤੇ ਮੈਂ ਉਹਦੇ ਵਿੱਚ ਇਹ ਦੱਸ ਰਿਹਾ ਕਿ 에ਅਰ ਬੈਗ ਖੁੱਲ੍ਹਣ ਲਈ ਤੁਹਾਡੀ ਸੀਟ ਬੈਲਟ ਦਾ ਲੱਗਿਆ ਹੋਣਾ ਜ਼ਰੂਰੀ ਆ। ਹੁਣ ਜਿੰਨਾ ਤੱਕ ਅਸੀਂ ਸੀਟ ਬੈਲਟ ਨਹੀਂ ਲਾਉਂਦੇ ਨਾ, ਹੁਣ ਇੱਕ ਬੀਪ ਦੀ ਆਵਾਜ਼ ਲਗਾਤਾਰ ਕੰਪਨੀ ਨੇ ਦੇ ਰੱਖੀ ਆ, ਉਹ ਚੀਂ ਕਰਦੀ ਰਹੇ, ਸਾਨੂੰ ਮਜਬੂਰ ਕਰ ਦਿੰਦਾ। ਨਵੀਆਂ ਗੱਡੀਆਂ ਜ਼ਿਆਦਾ, ਹਾਂ ਨਵੀਆਂ ਗੱਡੀਆਂ 'ਚ, ਪਰ ਲੋਕ ਉੱਥੇ ਵੀ ਕੀ ਕਰਦੇ ਆ ਜਸਵੀਰ, ਉਹ ਫਿਊਜ਼ ਕਢਾ ਦਿੰਦੇ ਆ, ਉਹ ਤਾਰ ਹੀ ਕਟਵਾ ਦਿੰਦੇ ਆ। ਹੁਣ ਹੋ ਸਕਦਾ ਹੈ ਕਿ ਉਹਨਾਂ ਦਾ ਜਿਹੜਾ ਸੰਬੰਧ ਹੈਗਾ ਉਹ 에ਅਰ ਬੈਗਾਂ ਨਾਲ ਹੋਏ। ਬਿਲਕੁਲ ਅਸੀਂ ਵਾਇਰਿੰਗ ਨਾਲ, ਮੈਂ ਤਾਂ ਪਹਿਲੇ ਕਿਹਾ ਕਿ ਓਰੀਜਨਲ ਵਹੀਕਲ ਨੂੰ ਓਰੀਜਨਲ ਰਹਿਣ ਦਿਓ, ਉਹਦੇ ਨਾਲ ਛੇੜਛਾੜ ਨਾ ਕਰੋ। ਸੀਟ ਬੈਲਟ ਲਾਵਾਂਗੇ ਤਾਂ ਸਾਡੀ ਜਾਨ ਬਚਣੀ ਹੈ ਨਾ, ਹੋਰ ਤਾਂ ਕਿਸੇ ਦੀ ਨਹੀਂ ਬਚਣੀ ਨਾ। ਅਸੀਂ ਆਪਣੇ ਪਰਿਵਾਰ ਦੀ ਜਾਨ ਬਚਾਉਣੀ ਹੈ, ਅਸੀਂ ਆਪ ਦੀ ਜਾਨ ਬਚਾਉਣੀ ਹੈ। ਸਾਨੂੰ ਕਿਸੇ ਨਾਲ ਕੀ ਹੈ, ਕੋਈ ਲਾਏ ਨਾ ਲਾਏ। ਹੁਣ ਮੈਂ ਕਹਾਂ ਜਸਵੀਰ ਤੂੰ ਤਾਂ ਰੱਬ ਦਾ ਨਾਂ ਨਹੀਂ ਲੈਂਦਾ, ਤਾਂ ਮੈਂ ਵੀ ਨਹੀਂ ਲੈਣਾ ਰੱਬ ਦਾ ਨਾਂ। ਇਹ ਕਿਵੇਂ ਹੋ ਸਕਦਾ? ਜੇ ਮੈਂ ਰੱਬ ਦਾ ਨਾਂ ਲਾਂਗਾ ਤਾਂ ਮੇਰਾ ਹੀ ਫਾਇਦਾ ਹੋਊਗਾ ਨਾ। ਜੇ ਸੀਟ ਬੈਲਟ ਮੈਂ ਲਾਊਂਗਾ ਤਾਂ ਮੇਰਾ ਹੀ ਫਾਇਦਾ, ਮੇਰੇ ਗੁਆਂਢੀਆਂ ਦਾ ਤਾਂ ਕੋਈ ਫਾਇਦਾ ਨਹੀਂ ਨਾ। ਠੀਕ ਹੈ, ਫਿਰ ਮੈਂ ਉਹਦੇ 'ਚ ਇਹ ਦੱਸ ਰਿਹਾ ਕਿ 에ਅਰ ਬੈਗ ਤੁਸੀਂ ਜ਼ਿਆਦਾ ਨਜ਼ਦੀਕ ਬੈਠਦੇ ਹੋ, ਤੁਹਾਡੀ ਸੀਟ ਬੈਲਟ ਕੀ ਹੈ, ਸੀਟ ਬੈਲਟ ਨਾ ਪੁੱਠੀ ਲਾਈ ਹੁੰਦੀ ਹੈ ਲੋਕਾਂ ਨੇ। ਉਹ ਦੇਖਦੇ ਪੁਲਿਸ ਆਉਂਦੀ ਅੱਗੇ ਚੱਕ ਕੇ ਕਰ ਲੈਂਦੇ ਆ, ਨਾਕਾ ਟੱਪ ਜਾਂਦਾ, ਫਿਰ ਹਟ ਜਾਂਦੀ ਹੈ। ਪਰ ਸੈਂਸਰ ਨੂੰ ਲੱਗ ਰਿਹਾ ਨਾ ਸੀਟ ਬੈਲਟ ਲੱਗੀ ਹੋਈ ਆ। ਮੰਨ ਲਓ ਅਸੀਂ ਬੱਸ ਦੇ ਵਿੱਚ ਸਫ਼ਰ ਕਰਦੇ ਆ, ਜਦੋਂ ਡਰਾਈਵਰ ਬ੍ਰੇਕ ਮਾਰਦਾ ਸਾਡੇ ਨਾਲ ਕੀ ਹੁੰਦਾ, ਝਟਕਾ ਲੱਗਦਾ, ਅਸੀਂ ਅੱਗੇ ਨੂੰ ਜਾਂਦੇ ਆ। ਵਿਗਿਆਨ ਕਹਿੰਦੀ ਉਹ ਬੱਸ ਰੁਕੀ ਆ, ਜਿਹੜੀ ਸਪੀਡ ਦੇ ਵਿੱਚ ਸਾਡਾ ਵਹੀਕਲ ਜਾ ਰਿਹਾ, ਜੇ 80 ਦੀ ਸਪੀਡ ਦੇ ਵਿੱਚ ਵਹੀਕਲ ਜਾ ਰਿਹਾ ਨਾ, ਸਾਡਾ ਸਰੀਰ ਵੀ ਨਾਲ ਹੀ 80 ਦੀ ਸਪੀਡ ਦੇ ਵਿੱਚ ਨਾਲ ਹੀ ਜਾ ਰਿਹਾ। ਜਦੋਂ ਅਸੀਂ ਬ੍ਰੇਕ ਮਾਰਦੇ ਅਸੀਂ ਅੱਗੇ ਨੂੰ ਕਿਉਂ ਹੁੰਨੇ ਆ? ਕਿਉਂਕਿ ਵਹੀਕਲ ਰੁਕਿਆ, ਸਾਡਾ ਸਰੀਰ ਨਹੀਂ ਰੁਕਿਆ। ਇਹ ਵਿਗਿਆਨ ਕਹਿੰਦੀ ਹੈ। ਹੁਣ ਅਸੀਂ ਸੀਟ ਬੈਲਟ ਲਾ ਰੱਖੀ ਹੈ ਪੁੱਠੀ, 에ਅਰ ਬੈਗ ਨੂੰ, ਸੈਂਸਰ ਨੂੰ ਜਿਹੜਾ ਹੈਗਾ ਸੰਬੰਧ ਹੈਗਾ ਉਹ ਸੀਟ ਬੈਲਟ ਨਾਲ ਹੈ। ਸੈਂਸਰ ਨੂੰ ਲੱਗ ਰਿਹਾ ਕਿ ਇਸ ਬੰਦੇ ਦੀ ਸੀਟ ਬੈਲਟ ਲੱਗੀ ਹੋਈ ਆ। ਹੁਣ ਸੀਟ ਬੈਲਟ ਦੇ ਵਿੱਚ ਇੱਕ ਖਾਸੀਅਤ ਹੁੰਦੀ ਹੈ ਕਿ ਨਾ, ਸੀਟ ਬੈਲਟ ਜਦੋਂ ਝਟਕਾ ਲੱਗਦਾ ਨਾ, ਸੀਟ ਬੈਲਟ ਉੱਥੇ ਰੁਕ ਜਾਂਦੀ ਆ, ਸਾਨੂੰ ਅੱਗੇ ਨਹੀਂ ਜਾਣ ਦਿੰਦੀ। ਹੁਣ ਮੇਰੇ ਸੀਟ ਬੈਲਟ ਪੁੱਠੀ ਲੱਗੀ ਹੋਈ ਆ, ਹੁਣ 에ਅਰ ਬੈਗ ਤਾਂ ਖੁੱਲਣਗੇ। ਹੁਣ 80 ਲੋਕ ਕਹਿੰਦੇ ਕਿ 320 ਦੀ ਸਪੀਡ ਨਹੀਂ ਹੁੰਦੀ। ਤੁਸੀਂ ਨੈੱਟ ਤੇ ਸਰਚ ਮਾਰ ਲਓ, ਜੇ 300 ਨੈੱਟ ਤੇ ਸਰਚ ਮਾਰ ਲਓ 에ਅਰ ਬੈਗਾਂ ਬਾਰੇ, ਇਹਦੀ ਸਪੀਡ ਕੋਈ ਟ੍ਰੈਫਿਕ ਮਾਰ ਕਹਿੰਦਾ 310 ਦੀ ਹੁੰਦੀ ਹੈ, ਕੋਈ ਕਹਿੰਦਾ 315 ਦੀ ਹੁੰਦੀ ਹੈ, ਬਹੁਤ ਸਾਰੇ ਟ੍ਰੈਫਿਕ ਮਾਰ ਕਹਿੰਦੇ ਆ 320 ਦੀ ਹੁੰਦੀ ਹੈ। ਜੇ ਨਹੀਂ ਹੋਈ ਮੈਨੂੰ ਨੀਵੇਂ ਥਾਂ ਦੇ ਬਾਅਦ ਨੈੱਟ ਤੇ ਸਰਚ ਮਾਰ ਲਓ 에ਅਰ ਬੈਗ ਦੀ ਸਪੀਡ ਕਿੰਨੀ ਹੈਗੀ ਆ। 0.3 ਇਹਦਾ ਖੁੱਲਣ ਦਾ ਸਮਾਂ ਹੈਗਾ ਇਨ ਦਾ ਹਾਈ ਸਪੀਡ, ਤੇ ਲੋ ਸਪੀਡ ਦੇ ਵਿੱਚ 0.20 ਸੈਕਿੰਡ ਦੇ ਵਿੱਚ ਵੀ ਜਿਹੜਾ ਹੈਗਾ ਇਹ ਖੁੱਲਦਾ। ਇਹਨੂੰ ਖੁੱਲਣ ਦੇ ਲਈ ਪੂਰਾ 에ਅਰ ਬੈਗਾਂ ਨੂੰ ਸਮਾਂ ਚਾਹੀਦਾ ਹੁੰਦਾ। ਅਸੀਂ ਸਟੀਅਰਿੰਗ ਵੀਲ ਦੇ ਜ਼ਿਆਦਾ ਨਜ਼ਦੀਕ ਬੈਠੇ ਆ ਤਾਂ ਇੰਨੀ ਸਪੀਡ ਦੇ ਵਿੱਚ ਖੁੱਲਦਾ ਹੈ, ਕੋਈ ਨਾ ਕੋਈ ਤਾਂ ਦਿੱਕਤ ਕਰੂਗਾ ਨਾ। ਉਹ ਕੰਪਨੀ ਆਪ ਲਿਖਦੀ ਹੈ ਜੀ ਵਾਰਨਿੰਗ ਦੇ ਵਿੱਚ, 에ਅਰ ਬੈਗ ਤੁਹਾਨੂੰ ਸੀਰੀਅਸ ਇੰਜਰ ਜਾਂ ਡੈਥ ਵੀ ਤੁਹਾਡੀ ਕਰ ਸਕਦੀ ਹੈ। ਕੰਪਨੀ ਆਪ ਕਹਿੰਦੀ ਹੈ ਇਸ ਚੀਜ਼ ਬਾਰੇ, ਨਹੀਂ ਕਹਿੰਦੀ ਤਾਂ ਮੈਨੂੰ ਨੀਵੇਂ ਥਾਂ ਦੇ ਬਿਲਕੁਲ ਹੁੰਦੀਆਂ ਨੇ। ਫਿਰ ਤਾਂ ਲੋਕ ਮਰਨ ਨਹੀਂ ਨਾ ਜੀ। ਇਸ ਕਰਕੇ 에ਅਰ ਬੈਗ ਜਾਨ ਬਚਾਉਂਦੇ ਆ ਜੀ, ਸਾਨੂੰ ਜਾਣਕਾਰੀ ਨਹੀਂ, ਜਾਨ ਸਾਡੀ ਸਾਨੂੰ ਜ਼ਿਆਦਾ ਸੀਰੀਅਸ ਇੰਜਰਡ ਵੀ ਕਰ ਸਕਦੇ। ਸੀਰੀਅਸ ਇੰਜਰਡ ਦਾ ਮਤਲਬ ਕੀ ਹੁੰਦਾ? ਜਸਵੀਰ ਮੌਤ ਹੀ ਹੁੰਦੀ ਹੈ। ਫਿਰ ਸਾਡਾ ਜਿਹੜਾ ਹੱਥ ਹੈ ਸਟੀਅਰਿੰਗ ਵੀਲ ਦੇ ਵਿੱਚ, ਉਹ 9 ਤੋਂ 3 ਦੀ ਪੋਜੀਸ਼ਨ 'ਚ, ਕਲੋਕ ਵਾਈਜ਼ 9 ਤੋਂ 3 ਦੀ ਪੋਜੀਸ਼ਨ 'ਚ, ਕਿਉਂਕਿ ਸਾਡਾ ਜਿਹੜਾ 에ਅਰ ਬੈਗ ਹੈ ਉਹ ਸਾਡੀ ਸਟੀਅਰਿੰਗ ਵੀਲ ਦੇ ਵਿੱਚ ਲੱਗਿਆ ਹੁੰਦਾ। ਤਾਂ 9 ਤੋਂ 3 ਦੇ ਵਿੱਚ ਸਾਡਾ ਹੱਥ ਹੋਣਾ ਚਾਹੀਦਾ, ਸਟੀਅਰਿੰਗ ਫੜਿਆ ਹੋਣਾ ਚਾਹੀਦਾ, ਕਿਉਂਕਿ 에ਅਰ ਬੈਗ ਖੁੱਲਣਗੇ 9 ਤੋਂ 3 ਦੇ ਵਿੱਚ ਸਾਡਾ ਹੱਥ ਹੋਊਗਾ, ਉਹ ਇਸ ਪੋਜੀਸ਼ਨ ਦੇ ਵਿੱਚ ਖੁੱਲਣਗੇ। ਹੁਣ ਅਸੀਂ ਕਈ ਬੰਦੇ ਸਟੀਅਰਿੰਗ ਨੂੰ ਹੱਥ ਐ ਰੱਖ ਕੇ ਚਲਾਉਂਦੇ ਆ, ਜਿੱਥੇ 에ਅਰ ਬੈਗ ਖੁੱਲ ਗਿਆ ਬਿਲਕੁਲ ਉਹਦਾ ਮੂੰਹ ਤੇ ਵੱਜਣਗੇ ਆ ਕੇ। ਫਿਰ ਮੈਂ ਉਹਦੇ ਵਿੱਚ ਇਹ ਕਿਹਾ ਕਿ ਜੇ ਸਾਡੇ ਹੈਡ ਰੈਸਟ ਨਹੀਂ ਲੱਗੇ ਹੋਏ, ਜਦੋਂ ਮੈਨੂੰ 에ਅਰ ਬੈਗਾਂ ਨੇ ਝਟਕਾ ਦਿੱਤਾ, ਜਿਵੇਂ ਮੇਰੇ ਹੈਡ ਰੈਸਟ, ਕੰਪਨੀ ਨੇ ਹੈਡ ਰੈਸਟ ਕਿਉਂ ਦਿੱਤੇ ਨੇ? ਇਸੇ ਵਾਸਤੇ ਦਿੱਤੇ ਸਾਡੀ ਜਾਨ ਬਚਾਉਣ ਖਾਤਰ, ਪਰ ਅਸੀਂ ਤਾਂ ਲਾ ਕੇ ਰੱਖ ਦਿੰਦੇ ਆ। ਖਾਸ ਕਰਕੇ ਸਾਡੇ ਨੌਜਵਾਨ ਮੁੰਡੇ ਉਹ ਸਪੋਰਟਸ ਕਾਰ ਬਣਾਉਣਾ ਚਾਹੁੰਦੇ ਆਪਦੀ ਗੱਲ, ਤਾਂ ਉਹ ਤੋਹੀਨ ਸਮਝਦੇ ਆਪਦੀ, ਉਹ ਲਾ ਕੇ ਰੱਖ ਦਿੰਦੇ ਆ। ਮੈਂ ਹਰ ਵਾਰ ਬਾਰੇ ਨਹੀਂ ਕਹਿ ਰਿਹਾ, ਕੁਝ ਕੁ % ਲੋਕ ਆ। ਹੁਣ 에ਅਰ ਬੈਗ ਕੰਪਨੀ ਕਹਿੰਦੀ ਕਿ ਹੈਡ ਰੈਸਟ ਲੱਗੇ ਹੋਣੇ ਜ਼ਰੂਰੀ ਨੇ। ਹੈਡ ਰੈਸਟ ਨਹੀਂ ਲੱਗੇ ਹੋਏ, ਝਟਕਾ ਲੱਗਿਆ, ਹੋ ਸਕਦਾ ਗਰਦਨ ਦੇ ਮਣਕੇ, ਆਪਣੇ ਸਰੀਰ ਦਾ ਸਭ ਤੋਂ ਜਸਵੀਰ ਨਾਜ਼ੁਕ ਅੰਗ ਸਾਡੀ ਗਰਦਨ ਹੁੰਦੀ ਆ। ਜੇ ਗਰਦਨ ਦੀ ਹੱਡੀ ਟੁੱਟ ਗਈ, ਮਣਕੇ ਦੱਬ ਗਏ, ਟੁੱਟ ਗਏ, ਤਾਂ ਸਾਡੀ ਜਿਹੜਾ ਹੈਗਾ ਬੰਦਾ ਬਚਿਆ ਤੇ ਨਾ ਬਚਿਆ ਵੀ ਬਰਾਬਰ ਹੀ ਹੁੰਦਾ ਨਾ। ਸਾਰੀ ਜ਼ਿੰਦਗੀ ਮੰਜੇ ਤੇ ਪੈ ਰਹਾਂਗੇ, ਫਾਇਦਾ ਕੀ ਉਹਦਾ? ਫਿਰ
ਤਾਂ ਸਾਡਾ ਸਟੀਅਰਿੰਗ ਵੀਲ ਤੋਂ ਦੂਰੀ ਘੱਟੋ ਘੱਟ ਕੰਪਨੀ ਕਹਿੰਦੀ ਹੈ 15 ਸੈਂਟੀਮੀਟਰ ਹੋਣੀ ਚਾਹੀਦੀ ਆ। ਸਟੀਅਰਿੰਗ ਵੀਲ ਤੋਂ ਦੂਰੀ ਘੱਟੋ ਘੱਟ ਆਪਦੀ 15, ਜਿੰਨੇ ਤੁਸੀਂ ਸਟੀਅਰਿੰਗ ਵੀਲ ਤੋਂ ਦੂਰ ਹੋਗੇ ਫਿਰ ਇਹ ਤੁਹਾਡੀ ਜਾਨ ਬਚਾਊਗਾ। ਤੁਸੀਂ ਨਜ਼ਦੀਕ ਹੋ, ਤੁਹਾਨੂੰ ਸੀਰੀਅਸ ਇੰਜਰਡ ਵੀ ਕਰੂਗਾ, ਹੋ ਸਕਦਾ ਤੁਹਾਡੀ ਮੌਤ ਵੀ ਕਰ ਸਕਦੇ।